सतनाम वाहिगुरु साहिब जीओ। मृग तृष्णा गंधर्व नगरं द्रुम छाया रच दुर्मत है। ततः कुटुंब मोह मिथ्या सिमरंत नानक राम राम नाम है। नाच विद्या निधान निगमंग नच गुणज्ञ नाम कीर्तन है। नच राग रतन कंठं न चंचल चतुर चातुर है। भाग उद्धम लब्धिं माया नानक साध संग खल पंडित है। भाग उद्धम लब्धिं माया नानक साध संग खल पंडित है। वाहिगुरु जी का खालसा वाहिगुरु जी की फतेह। परम सत्कारयोग साहिब श्री गुरु ग्रंथ साहिब महाराज जी दी पावन पवित्र हजूरी अंदर सुभाएमान होए बैठे गुरमुख प्यारे सत संगी जनों, हजूर दी इलाही बाणी दा कीर्तन आप जी ने सरवण कीता है। अज जो पावन पवित्र श्लोक आप जी ने सरवण कीते ने पंचम गुरुदेव जी दे मुखारबिंद तो उच्चारण कीते हुए श्लोक नंबर 30 और 31 का पाठ आप जी ने श्रवण किया है। आओ सतगुरु जी दे इन्हां पावन पवित्र बचनां दी विचार गुरु कृपा नाल भय भावनी विच रह के आपां कर सकीए। आशीष आपने बख्शनी, कृपा गुरुदेव करन। सतगुरु पंचम पातशाह जी महाराज अज दे इन्हां दोनों श्लोकां दे अंदर दो वख वख विषयां उपर सानू कृपा करके उपदेश पै करदे ने। पंचम पातशाह महाराज कहंदे ने, ऐ मना इस परिवार दे मोह विच, इस संसार दे मोह विच जिहड़ा तू रच चुका है, याद रख ये संसार दा मोह निभण वाला नहीं। ये तां इस तरह जिवें मानो कि एक मिर्ग नूं प्यास लगी होवे, जिवें एक रुख दी छां होवे। ते तीसरा गुरुदेव ने अज बचन कीता जिवें ये मानो गंधर्व नगरी होवे। ते ये सतगुरु ने बचन जेड़े कीते कहन लगे दुनिया दा मोह इसे तरह दे निभण वाला नहीं, देखदियां आलोप हो जाता है। ते अगले श्लोक विच हजूर ने कहा, जे किसी मनुख कोल ज्ञान नहीं, ओदे गले विच रस नहीं, ओदे कोल कोई वेदां शास्त्रां दा अभ्यास नहीं, ना ओ चलाक चुस्त सियाणे, पर जे किते ओ मनुख भी गुरु परमेश्वर दी संगत विच आ जाए ते मेरा सतगुरु उस मूर्ख बंदे नूं भी विद्वान पंडित बना दिंदा है। श्लोक इस करके आपां दो दो लै रहे हैं। कोशिश करांगा समय दे अंदर इन्हां 27 श्लोकां दा भोग पै जाए। अगों आपां दो दो तीन तीन श्लोकां दे विषय लैके विचार करनी। खैर पहला जिहड़ा बचन गुरुदेव ने अज श्लोक विच कीता,
ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਤਿੰਨੇ ਉਦਾਹਰਨਾਂ ਬਹੁਤ ਵਾਰੀ ਆਈਆਂ ਨੇ। ਮਿਰਗ ਦੀ ਤ੍ਰਿਸ਼ਨਾ, ਗੰਧਰਵ ਨਗਰੀ ਤੇ ਰੁੱਖ ਦੀ ਛਾਂ। ਕਈ ਵਾਰੀ ਜਿਹੜੀਆਂ ਉਦਾਹਰਨਾਂ ਪਰਤ ਕੇ ਆਉਣ ਤੇ ਸੋਚੀਦਾ ਵੀ ਆਪਾਂ ਇਹਨਾਂ ਦੇ ਅੱਖਰੀ ਅਰਥ ਨਾ ਕਰੀਏ, ਇਹਨਾਂ ਦੇ ਪਿਛੋਕੜ ਵਿੱਚ ਵੀ ਜਾਣਾ ਚਾਹੀਦਾ। ਸਤਿਗੁਰੂ ਨੇ ਉਦਾਹਰਨ ਕਿਉਂ ਦੇ ਦਿੱਤੀ? ਭਾਈ ਗੁਰਦਾਸ ਹੋਰਾਂ ਦੀ ਬਾਣੀ ਵਿੱਚ ਵੀ ਇਹ ਉਦਾਹਰਨਾਂ ਨੇ। ਮ੍ਰਿਗ ਤ੍ਰਿਸ਼ਨਾ ਦਾ ਭਾਵ ਵਿਦਵਾਨ ਸੱਜਣ ਕਰਦੇ ਨੇ ਕਿ ਜਦੋਂ ਗਰਮੀ ਦੇ ਦਿਨਾਂ ਦੇ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਕਦੀ ਰੇਤਲੇ ਅਸਥਾਨ ਤੇ ਰੇਗਿਸਤਾਨ ਦੇ ਕਿਤੇ ਮਾਰੂਥਲ ਦੇ ਇਲਾਕੇ ਵੀ ਜਾ ਕੇ ਦੇਖੋ, ਜਦੋਂ ਸੂਰਜ ਦੀ ਕਿਰਨ ਧਰਤੀ ਤੇ ਪੈਂਦੀ ਏ ਤੇ ਜ਼ਮੀਨ ਤੇ ਪਈ ਹੋਈ ਰੇਤ ਉਹਦੀਆਂ ਕਿਰਨਾਂ ਨਾਲ ਚਮਕਦੀ ਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦੀ ਇੱਕ ਝੀਲ, ਪਾਣੀ ਦਾ ਇੱਕ ਤਲਾਬ ਜਾਂ ਪਾਣੀ ਦਾ ਇੱਕ ਦਰਿਆ ਸਾਡੇ ਵੱਲ ਨੂੰ ਵਧਦਾ ਪਿਆ। ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਉਹ ਪਾਣੀ ਹੈ ਨਹੀਂ, ਕੇਵਲ ਸਿਰਫ ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਸੀ। ਉਸ ਚਮਕ ਨੇ, ਰੇਤ ਦੀ ਚਮਕ ਨੇ ਅੰਦਰ ਨੂੰ ਭੁਲੇਖਾ ਪਾ ਦਿੱਤਾ ਜਿਵੇਂ ਪਾਣੀ ਏ, ਤੇ ਮਿਰਗ ਨੂੰ ਪਿਆਸ ਲੱਗਦੀ ਏ ਤੇ ਪਿਆਸ ਦਾ ਤੜਫਦਾ ਹੋਇਆ ਮਿਰਗ, ਅੱਖਾਂ ਨੂੰ ਭੁਲੇਖਾ ਪੈ ਗਿਆ। ਧਿਆਨ ਰੱਖਣਾ, ਉਸ ਚਮਕਦੀ ਰੇਤ ਨੂੰ ਦੇਖ ਕੇ ਮਿਰਗ ਉਸ ਚਮਕ ਵੱਲ ਨੂੰ ਦੌੜਦਾ ਕਿ ਸ਼ਾਇਦ ਕਿਤੇ ਪਾਣੀ ਦੀ ਬੂੰਦ ਮਿਲ ਜਾਏ, ਕਿਤੇ ਪਾਣੀ ਦੀ ਝੀਲ ਤੋਂ ਮੇਰੀ ਪਿਆਸ ਦੂਰ ਹੋ ਜਾਏ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਕਹਿੰਦੇ ਨੇ ਮਿਰਗ ਸਾਰਾ ਦਿਨ ਪਿਆਸਾ ਜਾਂਦਾ ਹੈ, ਉਸ ਰੇਤ ਦੀ ਚਮਕ ਤੇ ਭੁਲੇਖਾ ਖਾ ਕੇ ਭਰੋਸਾ ਕਰ ਬੈਠਦਾ ਹੈ, ਸਾਰਾ ਦਿਨ ਦੌੜਦਾ ਰਹਿੰਦਾ ਹੈ। ਪਰ ਵਿਚਾਰੇ ਨੂੰ ਸਾਰਾ ਦਿਨ ਉਸ ਚਮਕ ਨੇ ਆਪਣੇ ਪਿੱਛੇ ਲਾਈ ਰੱਖਿਆ। ਜਿਉਂ-ਜਿਉਂ ਉਹ ਚਮਕ ਦੇ ਨੇੜੇ ਜਾਂਦਾ ਹੈ ਤਿਉਂ-ਤਿਉਂ ਪਾਣੀ ਦੂਰ ਭੱਜਦਾ ਹੈ ਤੇ ਸਾਰਾ ਦਿਨ ਦੌੜਨ ਤੋਂ ਬਾਅਦ ਮਿਰਗ ਨੂੰ ਸਿਵਾਏ ਮੌਤ ਤੋਂ ਉਹਦੇ ਪੱਲੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਪੈਂਦੀ। ਸਾਹਿਬ ਕਹਿੰਦੇ ਨੇ ਦੂਰੋਂ ਚਮਕ ਬੜੀ ਹੈ, ਦੂਰੋਂ ਪ੍ਰਤੀਤ ਹੁੰਦਾ ਹੈ ਕਿ ਪਾਣੀ ਹੈ, ਪਰ ਅਸਲ ਵਿੱਚ ਪਾਣੀ ਹੈ ਨਹੀਂ। ਸਤਿਗੁਰੂ ਨੇ ਦੂਸਰੀ ਉਦਾਹਰਨ ਲਈ ਮੈਂ ਇਸ ਸ਼ਬਦ ਵਿੱਚ ਜਿਹੜੀਆਂ ਦੋ ਉਦਾਹਰਨਾਂ ਆਈਆਂ ਨੇ, ਗੰਧਰਵ ਨਗਰੀ ਕੀ, ਇਹਨੂੰ ਵੈਸੇ ਭਾਈ ਕਾਹਨ ਸਿੰਘ ਨਾਭਾ ਨੇ ਇਹ ਵੀ ਸ਼ਬਦ ਵਰਤੇ ਨੇ। ਹਰ ਚੰਦੌਰੀ ਵੀ ਇਹਨੂੰ ਕਹਿੰਦੇ ਨੇ, ਗੰਧਰਵ ਨਗਰੀ ਵੀ ਕਹਿੰਦੇ ਨੇ, ਇਹਨੂੰ ਚਿਤਰਮ ਵੀ ਕਹਿੰਦੇ ਨੇ, ਇਹਨੂੰ ਸਿਕੋਟ ਵੀ ਕਹਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ ਇਹਨੂੰ ਇੱਥੋਂ ਤੱਕ ਕਿ ਹਰੀਸ਼ ਚੰਦਰਪੁਰ ਵੀ ਕਹਿੰਦੇ। ਕਈ ਵਾਰੀ ਅਸੀਂ ਜਦੋਂ ਪੜ੍ਹਨੇ ਹਰ ਚੰਦੌਰੀ ਕੀ ਹੈ, ਅਰਥ ਸਿਰਫ ਇੰਨੇ ਕੁ ਜ਼ਰੂਰ ਕਰਨੇ ਆ ਕਿ ਇੱਕ ਖਿਆਲੀ ਨਗਰੀ, ਇੱਕ ਹਵਾਈ ਕਿਲਾ ਹੈ। ਪਰ ਸਿਆਣੇ ਵਿਦਵਾਨਾਂ ਨੇ ਇਹਦੇ ਪਿਛੋਕੜ ਕੋਈ ਉਦਾਹਰਨ ਦਿੱਤੀ। ਜਦੋਂ ਹਰ ਚੰਦੌਰੀ ਕਹਾਂਗੇ, ਹਰੀਸ਼ ਚੰਦਰਪੁਰ ਕਹਾਂਗੇ ਜਾਂ ਸਾਨੂੰ ਗੰਧਰਵਾ ਨਗਰੀ ਕਹਾਂਗੇ ਤੇ ਕੁਦਰਤੀ ਤੌਰ ਤੇ ਇਹ ਸਵਾਲ, ਇਹ ਤਰਕ ਪੈਦਾ ਹੋਵੇਗਾ ਇਹ ਗੰਧਰਵ ਨਗਰੀ ਹੈ ਕੀ, ਇਹਦੀ ਆਰੰਭਤਾ ਕਿਵੇਂ ਹੋਈ? ਤੇ ਮਾਰਕੰਡੇ ਪੁਰਾਣ ਦੇ ਅੰਦਰ ਇਹਦੀ ਬੜੀ ਸੋਹਣੀ ਘਟਨਾ ਦਿੱਤੀ। ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਇਹਨੂੰ ਵਿਸਤਾਰ ਨਾਲ ਅੰਕਿਤ ਕੀਤਾ ਹੈ। ਕਹਿਣ ਲੱਗੇ ਸੂਰਜ ਵੰਸ਼ ਦੇ ਅੰਦਰ 28ਵਾਂ ਰਾਜਾ ਹੋਇਆ ਜਿਹਦਾ ਨਾਮ ਸੀ ਹਰੀਸ਼ ਚੰਦਰ। ਇਹਦੇ ਪਿਤਾ ਦਾ ਨਾਮ ਸੀ ਤ੍ਰਿਸ਼ੰਕੂ। ਤੇ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ ਕਹਿੰਦੇ ਨੇ ਕਿ ਹਰੀਸ਼ ਚੰਦਰ ਜਿਹੜਾ ਦਾਨੀ ਪੁਰਸ਼ ਸੀ, ਇੱਕ ਵਾਰੀ ਵਿਸ਼ਵਾਮਿੱਤਰ ਨੇ ਕਿਸੇ ਤਰੀਕੇ ਦੇ ਨਾਲ, ਮੈਂ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ, ਇਹਦੇ ਤੋਂ ਦਾਨ ਮੰਗਿਆ, ਸਭ ਕੁਝ ਇਹਦੇ ਤੋਂ ਮੰਗ ਲਿਆ, ਕੇਵਲ ਇੱਕ ਤਨ ਦੇ ਕੱਪੜੇ, ਇੱਕ ਦੀ ਇਸਤਰੀ ਤੇ ਇੱਕ ਦਾ ਪੁੱਤਰ ਰੋਤ ਉਹ ਰਹਿਣ ਦਿੱਤੇ, ਬਾਕੀ ਇਹਦੇ ਪੱਲੇ ਕੁਝ ਨਾ ਛੱਡਿਆ, ਇਹਨੂੰ ਜੰਗਲ ਵਿੱਚ ਧੱਕ ਦਿੱਤਾ। ਤੇ ਲਿਖਦੇ ਨੇ ਵਿਦਵਾਨ ਸੱਜਣ, ਇਹੀ ਹਰੀਸ਼ ਚੰਦਰ ਜਦੋਂ ਬਨਾਰਸ ਵੱਲ ਨੂੰ ਤੁਰਿਆ, ਫਿਰ ਉਹ ਮਿਲਿਆ ਵਿਸ਼ਵਾਮਿੱਤਰ। ਉਹਨੇ ਫਿਰ ਦਾਨ ਦੀ ਅੱਗੇ ਦਕਸ਼ਨਾ ਮੰਗੀ ਤੇ ਉਹਦੇ ਬਦਲੇ ਉਸਨੇ ਆਪਣੇ ਪੁੱਤਰ ਤੇ ਘਰ ਵਾਲੀ ਨੂੰ ਵੇਚ ਕੇ ਵੀ ਰਿਸ਼ੀ ਨੂੰ ਖੁਸ਼ ਕੀਤਾ। ਪਰਤ ਕੇ ਕਹਿੰਦੇ ਨੇ ਆਪ ਇਹ ਚੰਡਾਲ ਦੇ ਦਰ ਤੇ ਵਿਕ ਗਿਆ, ਜਿਹਨੂੰ ਧਰਮਰਾਜ ਕਹਿੰਦੇ ਨੇ। ਇਹਦਾ ਕੰਮ ਸੀ ਕਿ ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਦੇ ਕੱਪੜੇ ਉਤਾਰਨੇ, ਪਰਮੇਸ਼ਵਰ ਦੀ ਕਰਨੀ। ਇਹਦੀ ਰਾਣੀ ਤੇ ਪੁੱਤਰ ਵਿਕ ਚੁੱਕੇ ਨੇ ਤੇ ਜਦੋਂ ਇਹਦੇ ਪੁੱਤਰ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਤੇ ਪੁੱਤਰ ਦੀ ਲਾਸ਼ ਨੂੰ ਲੈ ਕੇ ਸ਼ਮਸ਼ਾਨ ਘਾਟ ਆਈ, ਰਾਜੇ ਨੇ ਆਪਣੇ ਫਰਜ਼ ਨੂੰ ਪੂਰਾ ਕੀਤਾ ਤੇ ਉਸ ਵਕਤ ਕਹਿੰਦੇ ਨੇ ਦੇਵਤੇ ਆਏ, ਉਹਨਾਂ ਨੇ ਕਿਹਾ ਰਾਜਨ ਤੇਰੀ ਜਿਹੜੀ ਸੇਵਾ ਸਫਲ ਹੋ ਗਈ,
तैनू असी स्वर्ग दा राज देने आ। ते राजे ने कहा नहीं, मैं अपने मालिक धर्मराज दे हुक्म तो बिना जाना नहीं। धर्मराज ने उस वक्त कहा तू चला जा। खैर संखेप विच मैं अर्ज करा, इहदे पुत्र नू राज तिलक भी मिल गया। कहंदे ने इहने कहा मैं इकल्ले नहीं, अपनी प्रजा समेत जाने। प्रजा समेत ये स्वर्ग नू गया, इंद्र लोक नू गया। कहंदे ने नारद ने ना फरेब करके इस तो दान अपना करन दी महिमा करा दिती। ये विचारा महिमा कर बैठा, इनू स्वर्ग तो सटिया गया। रस्ते विच अजे आउंदा पिया ते इहने ईश्वर अगे अपनी कीती हुई भुल दी खिमा मंगी। ते कहंदे जिथे इहने खिमा मंगी ते परमेश्वर दी करनी, उत्थे इहदी नगरी अटक गई। ओनू कहंदे ने गंधर्वा नगरी। ना वो थल्ले वे ना वो उत्ते वे, पर गुरमत विच इहदा उदाहरण जिहड़ी लई, इहनू केवल ख्याली नगरी कहा है, नगरी किते है नहीं। असल विच आपां देखने जदों सूरज सर्दी के दिनों विच धुंध पै ते ओहदियां किरणां आसमान ते जदों धुंध ते पैंदियां ने ते गाढ़ी धुंध जिहड़ी है अखां नूं भुलेखा पांदी है ते साडा मन जिहड़ा कई तरह दीयां तस्वीरां उस धुंध विचों चित्र लैंदा है, मकान बना लैंदा है, सोहणे बाग बना लैंदा है। केवल साडियां अखां दा भुलेखा ते अंदर दा चितवन है, पर असल विच ओ बाग ओ महल हुंदे नहीं। धन गुरु ग्रंथ साहिब जी ने अज बचन कीता, कहन लगे प्यारिया असल विच ए गंधर्वा नगरी ते भरोसा करना। दूसरी गल मृग दी तृष्णा, रेत दी चमक ते पानी समझ के भरोसा कर लेना। ते तीसरा बचन कीता रुख दी छां ते भरोसा करना। ये कदी भी नाल निभदे नहीं हूं, असलीयत इन्हां दी नहीं। इसे तरह जेड़ा तू मोह परिवार दे मोह विच टिके, ये भी निभण वाले नहीं, ये भी केवल तेरे अंदर दा एक भुलेखा है। सतगुरु की बाणी विच असीं पढ़ने आ, साहिब कहंदे ने कि मृग तृष्णा पेख भुलने गुठे नगर गंधर्व। कहन लगे ना ते भरोसा ना करी, पर किदे ते भरोसा करने, जिन्नी सच आराध्या नानक मन तन फब। इस मोह ते यकीन ना कर, तू सच्चे नाम नू आराध लै, क्योंकि नाम तां अगे निभण वाला है। गुरु तेग बहादुर जी दे बचन पढ़ने आ, उन्हां ने भी यही किरपा कीती। कहंदे ने ये तां इसे तरह मोह विच छिन भंगर कि जिवें मानो किसी ने रेत लैके दीवार बना दी। कंध बनाई बड़ी सोहनी है, रेत दी कंध सदा रहिंदी नहीं। गुरु तेग बहादुर जी कहंदे ने ऐ मेरे मना, तू ये गल सच्ची तौर ते दृढ़ कर लै, जिवें रेत दी कंध चिरदियां ओहदे ढेंदियां देरी नहीं, ते जिस मोह विच तू खचत होया बैठे इहदे भी बिनसदियां कोई देरी नहीं लगनी। साहिब ने बचन कीता, कहन लगे बारू भीत बनाई रचपच, रहत नहीं दिन चार, तैसे ही ये सुख माया के उर्जियो कां गवार। ये वेखण नूं भुलेखा पांदी है, पर असलीयत ये भी कुछ होर है। गुरमत दे महान व्याख्याकार भाई साहब भाई गुरदास होरां ने अपनी वार दे अंदर बड़ी प्यारी उदाहरण इस परछाए दिती। उन्होंने एक नहीं 3-4 उदाहरणा दित्तियां। कहंदे ने कई बारी केवल भुलेखा पै जांदा है, पर असलीयत कुछ होर हुंदी। भाई गुरदास ने पहली उदाहरण दिती इस गंधर्व नगरी दी। कहन लगे इस धुंध दी बनी हुई ख्याली नगरी ते यकीन ना करी, उन्हां बागां विच तैनूं मिठे फल नहीं मिलने। वो जिहड़े किले तूं चितवी बैठा है उन्हां विच तैनूं रहण दा समां नहीं मिलना। कुछ है नहीं, केवल अखां दा भुलेखा है, असलीयत कुछ होर है। ते भाई साहब ने दूसरी उदाहरण लई, कहन लगे हुण रात नूं आपां सुते हां ते सुत्तिआं सुपना आया, पिया बंदा भावें रात नूं भुखा ही होवे, इन्नी भी घर कमाई ना होवे कि रात नूं पेट भर के रोटी भी खा सके, रात नूं भुखा सुता है ते सुपना आ गया मैं सम्राट बन गया वां। भाई गुरदास कहंदे ने सुपने विच फौज भी रखी है, सुपने अंदर इहदे कोल प्रजा भी है, सुपने विच झुक के सलामा करन वाले भी ने, पर सुपने दे राज ते यकीन ना करी, क्योंकि जदों अख खुलेगी उसी मंजे ते पिए जिथे रात नूं तू भुखा सुता से। सुपने विच राज भोगे ने, पर सुपने दे राज दा सुख अखां खोल के कदी नहीं मिलदा। भाई गुरदास कहंदे ने संसार दा सुख एक सुपना ही, जिन्नी देर तक माया दी नींद भी सुता है, ये सुपना अपने
ਤੇ ਜਿੱਦਣ ਮੌਤ ਆਈ ਅੱਖ ਖੁੱਲੀ ਤੇ ਯਾਦ ਰੱਖੀ ਉਦਣ ਚੇਤਾ ਆ ਜਾਣੇ ਜਿਹਨੂੰ ਮੈਂ ਆਪਣਾ ਸਮਝੀ ਬੈਠਾ ਸਾਂ ਇਹਨਾਂ ਵਿੱਚੋਂ ਤੇ ਮੇਰਾ ਕੋਈ ਹੈ ਨਹੀਂ। ਕਿੱਥੇ ਪ੍ਰਜਾ, ਕਿੱਥੇ ਇਹਦੀ ਸਲਤਨਤ, ਕਿੱਥੇ ਫੌਜ ਤੇ ਕਿੱਥੇ ਪਰਿਵਾਰ। ਜਿਵੇਂ ਸੁਪਨੇ ਦਾ ਰਾਜ ਸੱਚਾ ਨਹੀਂ ਤੇ ਦੁਨੀਆ ਦਾ ਮੋਹ ਵੀ ਨਿਭਣ ਵਾਲਾ ਨਹੀਂ, ਇਹ ਵੀ ਸੱਚਾ ਨਹੀਂ। ਸੁੱਤਿਆ ਹੈ ਪਰ ਜਾਗਦਿਆ ਨਹੀਂ। ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਗਰਮੀ ਪੈਂਦੀ ਹੈ, ਆਪਾਂ ਰੁੱਖ ਦੀ ਛਾਂ ਤੇ ਯਕੀਨ ਨਾ ਕਰੀਏ ਕਿਉਂਕਿ ਦਿਨ ਚੜ੍ਹਦਾ ਤੇ ਰੁੱਖ ਦੀ ਛਾਂ ਪੱਛਮ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਵੀ। ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਸੂਰਜ ਚੜ੍ਹਿਆ ਤੂੰ ਰੁੱਖ ਦੀ ਛਾਂ ਥੱਲੇ ਬੈਠ ਗਏ, ਇਹ ਕਹੇ ਕਿ ਇਹ ਛਾਂ ਸਦਾ ਲਈ ਇਸੇ ਤਰ੍ਹਾਂ ਟਿਕੀ ਰਹਿਣੀ ਹੈ। ਆਪਣੇ ਮਨ ਦੇ ਭਰਮ ਨੂੰ ਦੂਰ ਕਰ ਲੈ। ਰੁੱਖ ਦੀ ਛਾਂ ਸੂਰਜ ਚੜ੍ਹਦਿਆਂ ਲਹਿੰਦੇ ਵੱਲ ਨੂੰ ਹੁੰਦੀ ਏ ਤੇ ਜਿੱਧਰ ਸੂਰਜ ਛਿਪਦਾ ਲਹਿੰਦੇ ਨੂੰ ਉਧਰ ਫਿਰ ਇਹ ਛਾਂ ਟਿਕਦੀ ਨਹੀਂ। ਸੂਰਜ ਲਹਿੰਦੇ ਨੂੰ ਆਇਆ ਤੇ ਛਾਂ ਚੜ੍ਹਦੇ ਨੂੰ ਚਲੀ ਗਈ। ਇਹਦੇ ਤੇ ਕੀ ਯਕੀਨ ਕਰੇਗਾ? ਰੁੱਖ ਦੀ ਛਾਂ ਕਦੀ ਵੀ ਭਰੋਸਾ ਨਾ ਕਰੀ ਟਿਕਣੀ ਨਹੀਂ। ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ, ਮਨਾ ਤੇ ਕਿਸ ਮੋਹ ਵਿੱਚ ਪੈ ਗਿਆ ਟਿਕਣਾ ਇਹਨੇ ਵੀ ਨਹੀਂ। ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹੇ। ਆ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਪੁੱਤਰ ਤੇ ਇੱਕ ਸਪੁੱਤਰੀ ਸੀ ਬੀਬੀ ਵੀਰੋ। ਬੜੇ ਪਿਆਰੇ ਬਚਨ ਕਹੇ ਸਤਿਗੁਰੂ ਨੇ। ਮੋਹ ਦੀਆਂ ਤੰਦਾਂ ਨੂੰ ਤੋੜ ਕੇ ਰੱਖ ਦਿੱਤਾ ਮੇਰੇ ਗੁਰਦੇਵ ਨੇ। ਪਿਆਰ ਹੈ ਪਰ ਮੋਹ ਨਹੀਂ। ਸਤਿਗੁਰੂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਛੋਟੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਸੂਰਜਮਲ ਜੀ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਤੇ ਇੱਕ ਸਪੁੱਤਰੀ ਹੈ ਬੀਬੀ ਵੀਰੋ। ਹੁਣ ਕਦੀ ਤੱਕਨੇ ਆ ਹਜ਼ੂਰ ਦੇ ਘਰ ਅੰਦਰ ਉਹਦੇ ਪੁੱਤਰਾਂ ਕੋਲ ਬੜੀ ਬਰਕਤ ਹੈ। ਕਦੀ ਦੇਖੋ ਸਤਿਗੁਰੂ ਕੇ ਪਿਆਰਿਓ, ਕਈ ਵਾਰੀ ਜਦੋਂ ਆ ਪੰਕਤੀਆਂ ਪੜ੍ਹੀ ਦੀਆਂ ਨੇ, ਸਤਿਗੁਰੂ ਮੇਰਾ ਮਾਰਗ ਵਾਲਾ ਤੇ ਤਰਕਸ਼ੀਲ ਮਨ ਕਹਿੰਦਾ ਕੀ ਇਹ ਹੋ ਸਕਦਾ ਹੈ? ਨਹੀਂ ਪਿਆਰਿਓ, ਜਦੋਂ ਕੌਤਕ ਤੱਕੀਦੇ ਨੇ ਫਿਰ ਮਨ ਨੂੰ ਭਰੋਸਾ ਵੱਜਦਾ ਗੁਰੂ ਤਾਂ ਬਹੁਤ ਉੱਚਾ ਹੈ, ਤੂੰ ਐਵੇਂ ਮਨਾ ਸ਼ੱਕ ਕਰਕੇ ਬਹਿ ਨਾ ਜਾਏ। ਵੈਸੇ ਨਾ ਗੁਰੂ ਦੇ ਚਰਨਾਂ ਵਿੱਚ ਜਦੋਂ ਅਸੀਂ ਆਉਂਦੇ ਹਾਂ, ਅਰਦਾਸ ਕਰ ਲਿਆ ਕਿ ਮੈਂ ਇੱਕ ਖਿਲ ਸਿਰ ਬੇਨਤੀ ਕਰਨ ਲੱਗਾ, ਆਪਣੇ ਪ੍ਰਕਰਨ ਵੱਲ ਆਵਾਂਗਾ। ਅਸੀਂ ਕੁਝ ਦਾਨ ਮੰਗਦੇ ਹਾਂ। ਜਦੋਂ ਕਹਿੰਦੇ ਹਾਂ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਅਸੀਂ 2 ਸ਼ਬਦ ਕਹਿੰਦੇ ਆ ਵਿਸਾਹ ਦਾਨ ਤੇ ਨਾਲ ਹੀ ਕਹਿੰਦੇ ਆ ਭਰੋਸਾ ਦਾਨ। ਤੇ ਕਈ ਵਾਰੀ ਸੋਚੀਦਾ ਕਿ ਵਿਸਾਹ ਤੇ ਭਰੋਸੇ ਵਿੱਚ ਅੰਤਰ ਹੈ। ਇਹ ਦੋਨੋਂ ਨੇੜੇ ਨੇੜੇ ਦੇ ਸ਼ਬਦ ਨੇ। ਵਿਸਾਹਦਾਰ ਤੇ ਵਿਸ਼ਵਾਸ, ਕੀ ਵਿਸ਼ਵਾਸ ਤੇ ਭਰੋਸਾ 2 ਸ਼ਬਦ ਕਹਿ ਦਿੱਤੇ ਕਿ ਸਤਿਗੁਰੂ ਵਿਸਾਹਦਾਨ ਤੇ ਭਰੋਸਾਦਾਨ ਸ਼ਬਦ ਬਿਲਕੁਲ ਦੋਨੋਂ ਨੇੜੇ ਦੇ ਨੇ। ਕੀ ਦੋਨਾਂ ਦੇ ਅਰਥਾਂ ਵਿੱਚ ਅੰਤਰ ਹੈ? ਸੂਖਮ ਜਿਹਾ ਅੰਤਰ ਹੈ। ਜਦੋਂ ਅਸੀਂ ਕਹਿੰਦੇ ਹਾਂ ਵਿਸਾਹਦਾਨ, ਇਹਦਾ ਮਤਲਬ ਹੈ ਸਤਿਗੁਰੂ ਮੈਨੂੰ ਇੰਨੀ ਕੁ ਮਤ ਦੇਣੀ ਮੇਰੇ ਅੰਦਰ ਯਕੀਨ ਪੈਦਾ ਹੋ ਜਾਏ ਕਿ ਰੱਬ ਹੈ। ਵਿਸਾਹਦਾਨ ਦਾ ਅਰਥ ਰੱਬ ਹੈ। ਤੇ ਜਦੋਂ ਕਹਿੰਦਾ ਭਰੋਸਾਦਾਨ, ਇਹਦਾ ਮਤਲਬ ਇਹ ਮੇਰੇ ਅੰਦਰ ਇੰਨਾ ਯਕੀਨ ਪੈਦਾ ਕਰ ਦੇਂ ਕਿ ਮੇਰੇ ਮਾਲਕ ਜਿੱਥੇ ਵੀ ਮੈਂ ਯਾਦ ਕਰਾਂ ਰੱਬ ਮੇਰੀ ਮਦਦ ਜ਼ਰੂਰ ਕਰੇਗਾ। ਵਿਸਾਹਦਾਨ, ਭਰੋਸਾਦਾਨ। ਪਹਿਲੀ ਗੱਲ, ਬਹੁਤ ਮਨੁੱਖ ਘੱਟ ਨੇ ਜਿਹਦੇ ਹਿਰਦੇ ਵਿੱਚ ਵਿਸ਼ਵਾਸ ਦੀ ਗੰਢ ਵੱਜ ਜਾਏ, ਮਨ ਟਿਕਦਾ ਨਹੀਂ। ਮੈਂ ਅਰਜ਼ ਕਰ ਰਿਹਾ, ਮੋਹ ਨਿਭਣਾ ਨਹੀਂ, ਰੁੱਖ ਦੀ ਛਾਂ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਟਲ ਰਾਏ 9 ਸਾਲ ਦੀ ਉਮਰ ਹੈ। ਗੁਰੂ ਤੇਗ ਬਹਾਦਰ ਜੀ ਦੇ ਮਾਂ ਇਹ ਸਕੇ ਪੁੱਤਰ ਸਨ। ਮਾਤਾ ਨਾਨਕੀ ਦੇ 2 ਪੁੱਤਰ ਸਨ। ਬਾਬਾ ਅਟਲ ਵੱਡੇ ਸਨ, ਗੁਰੂ ਤੇਗ ਬਹਾਦਰ ਜੀ ਛੋਟੇ ਸਨ। ਕੀ ਸਿਰਫ ਇੰਨੀ ਕਿਰਪਾ ਕਿ ਰਾਤ ਨੂੰ ਮਿੱਤਰ ਨਾਲ ਖੇਡੇ ਨੇ, ਮੀਤੀ ਉਹਦੇ ਸਿਰੇ, ਸਵੇਰੇ ਕਿਆ ਮੋਹਣ ਰਾਤ ਪੈ ਗਈ ਏ, ਦਿਨ ਚੜੇਗਾ ਮੀਤੀ ਵਾਰੀ ਤੂੰ ਦਈ। ਦਿਨ ਚੜਿਆ ਬਾਬਾ ਖੁੰਡੀ ਖੇਡਣ ਆਇਆ ਪਰ ਮੋਹਣ ਆਇਆ ਨਹੀਂ। ਸਾਧ ਸੰਗਤ ਉਸ ਵਕਤ ਕਹਿੰਦੇ ਨੇ ਬਾਬਾ ਮੋਹਣ ਨੂੰ ਰਾਤ ਸੱਪ ਲੜਿਆ ਮੋਹਨ ਨੂੰ ਤੇ ਸੱਪ ਲੜਨ ਨਾਲ ਮੌਤ ਹੋ ਗਈ। ਮਾਂ ਰੋਂਦੀ ਪਈ ਏ। ਬਾਬਾ ਅਟਲ ਗਏ, ਕਹਿਣ ਲੱਗੇ ਮੋਹਨ ਨੂੰ ਕਹੋ ਮੇਰੀ ਮੀਟੀ ਦੇ। ਗੁਰੂ ਦਾ ਪੁੱਤਰ ਸੀ ਨਾ। ਮਾਂ ਨੇ ਪੈਰ ਪਕੜ ਕੇ ਕਿਹਾ, ਕਹਿਣ ਲੱਗੀ ਗੁਰੂ ਕੇ ਪੁੱਤਰ ਮੇਰਾ ਮੋਹਨ ਜਾ ਚੁੱਕਾ ਹੈ। ਕਹਿਣ ਲੱਗੇ ਸੁੱਤਾ ਤੁਸੀਂ ਉਠਾਉਂਦੇ ਕਿਉਂ ਨਹੀਂ? ਇਹਨੂੰ ਕਹੋ ਮੇਰੀ ਵਾਰੀ ਦਾ, ਰਾਤ ਇਹਨੇ ਮੈਨੂੰ ਕਿਹਾ ਸੀ ਵਾਰੀ ਦੇਣੀ ਹੈ। ਮਾਂ ਨੇ ਕਿਹਾ ਬਾਬਾ ਉਹ ਉਸ ਨੀਂਦ ਵੀ ਸੋ ਚੁੱਕਾ ਹੈ, ਅੱਗੇ ਸੌਂਦਾ ਸੀ, ਮੈਂ ਆਵਾਜ਼ ਮਾਰ ਕੇ ਉਠਾ ਲੈਂਦੀ ਸਾਂ। ਅੱਜ ਜਿਹੜੀ ਨੀਂਦ ਵਿੱਚ ਮੋਹਨ ਸੌਂ ਗਿਆ ਉੱਥੇ ਜਾਂ ਗੁਰੂ ਦੀ
ਤੇ ਜਾਂ ਗੁਰੂ ਦੇ ਪੁੱਤਰ ਦੀ ਆਵਾਜ਼ ਜਾਂਦੀ ਹੈ, ਮੇਰੀ ਆਵਾਜ਼ ਨਾਲ ਉਹਨੇ ਨਹੀਂ ਉੱਠਣਾ। ਇਹਦਾ ਮਤਲਬ ਯਕੀਨ ਸੀ ਨਾ। ਕਹਿਣ ਲੱਗੇ ਗੁਰੂ ਦੇ ਪੁੱਤਰ ਦੀ ਆਵਾਜ਼ ਖੁੰਡੀ ਗਲੇ ਵਿੱਚ ਪਾ ਕੇ ਕਿਆ ਇਹੋ ਜੀ ਗੂੜੀ ਨੀਂਦ ਸੁੱਤਾ ਹੈ, ਉੱਠਦਾ ਕਿਉਂ ਨਹੀਂ? ਉਹ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਉੱਠ ਗਿਆ। ਇਤਿਹਾਸ ਹੈ, ਇਹ ਮਿੱਥ ਨਹੀਂ, ਉੱਠਿਆ। ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ, ਦੇਖੋ ਗੁਰੂ ਤੋਂ ਕੁਰਬਾਨ ਕਿਵੇਂ ਹੋਈਦਾ, ਗੁਰਮਤ ਤੋਂ ਕਿਵੇਂ ਕੁਰਬਾਨ ਹੋਈਦਾ। ਸਾਖੀ ਬੜੀਆਂ ਰਮਜ਼ਾਂ ਖੋਲਦੀ ਹੈ। ਇੱਕ ਪਾਸੇ ਤਾਕਤ ਇੰਨੀ ਹੈ, ਗੁਰੂ ਦਾ ਪੁੱਤਰ ਆਵਾਜ਼ ਦਿੰਦਾ, ਜਾ ਕਾ ਕਹਿਆ ਦਰਗਾਹ ਚੱਲੇ, ਉਹਦੀ ਗੱਲ ਰੱਬ ਦੇ ਦਰਗਾਹ ਤੱਕ। ਤੇ ਜਦੋਂ ਪਿਤਾ ਨੂੰ ਪਤਾ ਲੱਗਦਾ, ਕਹਿਣ ਲੱਗੇ ਰੱਬ ਦਾ ਸ਼ਰੀਕ ਮੇਰੇ ਘਰ ਪ੍ਰਵਾਨ ਨਹੀਂ, ਇੱਕ ਮਿਆਨ ਵੀ ਦੋ ਤਲਵਾਰਾਂ ਨਹੀਂ, ਪੁੱਤਰ ਜਾਂ ਤੂੰ ਰਹਿ ਜਾਂ ਮੈਂ ਰਹਾਂਗਾ, ਕਿਉਂਕਿ ਜਿਹੜਾ ਕੁਝ ਤੂੰ ਮੰਗ ਕੇ ਲਿਆ ਹੈ ਉਹਦੇ ਬਦਲੇ ਮੈਨੂੰ ਕੁਝ ਅਦਾ ਕਰਨਾ ਪੈਣਾ। ਰੱਬ ਦੇ ਭਾਣੇ ਵੀ ਦਖਲ। ਦੇਖੋ ਕਿੰਨਾ ਵੱਡਾ ਗੁਰਮਤ ਦਾ ਧਾਰਨੀ ਸੀ ਬਾਬਾ ਅਟਲ। ਕਹਿਣ ਲੱਗਾ ਪਿਤਾ ਜੀ, ਇੱਕ ਤਾਂ ਮੈਨੂੰ ਖਿਮਾ ਬਖਸ਼ਿਓ, ਦੂਜਾ ਤੁਸੀਂ ਨਹੀਂ, ਗੁਰੂ ਨਾਨਕ ਦੀ ਫੁਲਵਾੜੀ ਵਧੇ। ਮੈਂ ਕਹਿੰਦਾ ਬਾਪੂ ਤੂੰ ਟਿਕਿਆ ਰਹੋ, ਪਰ ਕਿਰਪਾ ਕਰਦੇ ਮੈਨੂੰ ਇਜਾਜ਼ਤ ਦੇ, ਮੈਂ ਇਸ ਦੁਨੀਆ ਤੋਂ ਕੂਚ ਕਰ ਜਾਣਾ। ਜਿੱਥੇ ਬਾਬਾ ਅਟਲ ਜੀ ਦਾ ਸਥਾਨ ਹੈ, ਇੱਥੇ ਆ ਕੇ ਤਨ ਤੇ ਬਸਤਰ ਲੈ ਜਪਜੀ ਸਾਹਿਬ ਦਾ ਪਾਠ ਕੀਤਾ, ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ 9 ਮੰਜ਼ਲਾ ਇਮਾਰਤ ਅੱਜ ਅਸੀਂ ਤੱਕਨੇ ਆ। 9 ਸਾਲ ਦੀ ਉਮਰ ਵਿੱਚ ਧਿਆਨਾ ਕੀਤਾ, 9 ਮੰਜ਼ਲਾ ਇਮਾਰਤ। ਤੇ ਜਦੋਂ ਮਾਤਾ ਨਾਨਕੀ ਨੇ ਰੁਦਨ ਕੀਤਾ ਤੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਨਾਨਕੀ ਜਿਹੜੇ ਸੰਸਕਾਰ ਤੇਰੇ ਪੁੱਤਰ ਦੇ ਸਥਾਨ ਦੇ ਕੋਲ ਹੋਵੇਗਾ ਉਹ ਵੀ ਲੋਕ ਛੁੱਟ ਜਾਣਗੇ। ਇਹੀ ਕਾਰਨ ਕਿ ਸਰਦਾਰ ਜੱਸਾ ਸਿੰਘ ਆਹਲੋਵਾਲੀਆ, ਨਵਾਬ ਕਪੂਰ ਸਿੰਘ, ਉਹਨਾਂ ਦੀਆਂ ਸਮਾਧਾਂ ਵੀ ਉੱਥੇ ਸਨ, ਉਹਨਾਂ ਦੇ ਅੰਤਲੇ ਸੰਸਕਾਰ ਉੱਥੇ ਕੀਤੇ ਗਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਮੋਹ ਸੰਬੰਧੀ, ਸਾਈਂ ਦਾਸ ਆਇਆ ਗੁਰੂ ਕਾ ਸਾਧੂ, ਤੇ ਉਸ ਵਕਤ ਆ ਕੇ ਪੁੱਛਦਾ, ਸਤਿਗੁਰੂ ਤੇਰਾ 9 ਸਾਲ ਦਾ ਬੱਚਾ ਚਲਾ ਗਿਆ, ਕੀ ਤੇਰੇ ਮਨ ਨੂੰ ਖੇਦ ਨਹੀਂ? ਤੇਰੇ ਚਿਹਰੇ ਤੇ ਉਸੇ ਤਰ੍ਹਾਂ ਰੌਣਕ ਹੈ, ਉਸੇ ਤਰ੍ਹਾਂ ਆਸਾ ਦੀ ਵਾਰ ਸੁਣੀ ਪੁੱਤਰ ਦੀ ਲਾਸ਼ ਘਰ ਪਈ ਹੈ, ਉਸੇ ਤਰ੍ਹਾਂ ਨਿਤਨੇਮ ਹੋਏ ਨੇ। ਸਤਿਗੁਰੂ ਨੇ ਮੋਹ ਦੇ ਬੰਧਨ ਦੀ ਬੜੀ ਸੋਹਣੀ ਉਦਾਹਰਨ ਦਿੱਤੀ ਛੁਟਕਾਰੇ ਦੀ। ਕਹਿਣ ਲੱਗੇ ਸਾਈਂ ਦਾਸ ਇਸ ਜ਼ਮੀਨ ਤੇ ਲਕੀਰ ਖਿੱਚੇਗਾ। ਸਾਈਂ ਦਾਸ ਨੇ ਲਕੀਰ ਖਿੱਚੀ, ਪਰਤ ਕੇ ਕਹਿਣ ਲੱਗੇ ਨੂੰ ਮਿਟਾ ਦੇ। ਉਹਨੇ ਮਿਟਾ ਦਿੱਤੀ। ਹਜ਼ੂਰ ਪੁੱਛਦੇ ਨੇ ਸਾਈਂ ਦਾਸ ਲਕੀਰ ਖਿੱਚਦਿਆਂ ਖੁਸ਼ੀ ਹੋਈ? ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗੇ ਮਟੇਂਦਿਆਂ? ਕਹਿਣ ਲੱਗੇ ਮਟੇਂਦਿਆਂ ਵੀ ਕੋਈ ਗਮੀ ਨਹੀਂ। ਕਹਿਣ ਲੱਗੇ ਬਸ ਅਟਲ ਇੱਕ ਰੱਬ ਦੀ ਬਣਾਈ ਹੋਈ ਲਕੀਰ ਸੀ, ਬਣਾ ਦਿੱਤੀ ਤਾਂ ਖੁਸ਼ੀ ਨਹੀਂ, ਜੇ ਉਹਨੇ ਮਟੇ ਦਿੱਤੀ ਤੇ ਕੋਈ ਗਮੀ ਨਹੀਂ, ਕਿਉਂਕਿ ਇਸ ਲੀਕ ਨੇ ਹਮੇਸ਼ਾ ਟਿਕੇ ਨਹੀਂ ਰਹਿਣਾ। ਇਹ ਤਾਂ ਧਰਤੀ ਦੀ ਲੀਕ ਹੈ, ਪਰ ਬੰਦਾ ਤਾਂ ਪਾਣੀ ਦੀ ਲੀਕ ਹੈ। ਪਾਣੀ ਉੱਤੇ ਲਕੀਰ ਕਦੀ ਟਿਕਦੀ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਰੁੱਖ ਦੀ ਛਾਂ ਤੇ ਬਿਲਕੁਲ ਭਰੋਸਾ ਨਾ ਕਰੀ, ਸੁਪਨੇ ਤੇ ਯਕੀਨ ਨਾ ਕਰੀ, ਆ ਗੰਧਰਵ ਨਗਰੀ ਤੇ ਭਰੋਸਾ ਨਾ ਕਰੀ, ਤੇ ਥਲ ਵਿੱਚ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਨਾ ਚੱਲ ਪਈ, ਕਿਉਂਕਿ ਤਪਦੀ ਹੋਈ ਰੇਤ ਮੌਤ ਦੇ ਮੂੰਹ ਵਿੱਚ ਪਾਉਂਦੀ ਹੈ, ਅੰਦਰ ਦੀ ਪਿਆਸ ਬੁਝਾਉਂਦੀ ਨਹੀਂ। ਦੁਨੀਆ ਦਾ ਮੋਹ ਅੰਦਰ ਦੀ ਨਾਮ ਦੀ ਪਿਆਸ ਨਹੀਂ ਬੁਝਾ ਸਕਦਾ। ਤੇ ਭਾਈ ਸਾਹਿਬ ਨੇ ਜਿਹੜੀ ਅੰਤਲੀ ਉਦਾਹਰਨ ਦਿੱਤੀ ਕਮਾਲ ਕਰ ਦਿੱਤੀ। ਕਹਿਣ ਲੱਗੇ ਕਦੀ ਬਾਦਾਰੀ ਵਾਲੇ ਨੂੰ ਤੱਕੋ। ਅਸੀਂ ਪਿੰਡਾਂ ਵਿੱਚ ਦੇਖਨੇ ਆ, ਮਦਾਰੀ ਵਾਲਾ ਆਉਂਦਾ, ਡਮਰੂ ਵਜਾਉਂਦਾ, ਸਾਰਾ ਪਿੰਡ ਇਕੱਠਾ ਹੁੰਦਾ, ਚੌਕ ਵਿੱਚ ਲੋਕ ਇਕੱਠੇ ਹੁੰਦੇ ਨੇ, ਤੇ ਉਹ ਇਹੋ ਜਿਹਾ ਇਲਮ ਨਾਲ ਖੇਡਦਾ ਮਦਾਰੀ ਵਾਲਾ। ਬੜੇ ਸੋਹਣੇ ਕੱਪੜੇ ਲੋਕਾਂ ਨੂੰ ਦਿਖਾਉਂਦਾ, ਕੀਮਤੀ ਲਿਸ਼ਕਨੇ ਬਰਤਨ ਦਿਖਾਉਂਦਾ, ਇੱਥੋਂ ਤੱਕ ਕਿ ਉਹ ਰੁਪਈਏ ਵੀ ਕੱਢ ਕੇ ਦਿਖਾਉਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਬੜੀ ਹੈਰਾਨਗੀ ਹੋਈ, ਇਹ ਮਦਾਰੀ ਵਾਲੇ ਤੂੰ ਕੀਮਤੀ ਵਸਤਰ ਵੀ ਪੈਦਾ ਕਰ ਦਿੱਤੇ, ਤੂੰ ਬਰਤਨ ਵੀ ਪੈਦਾ ਕੀਤੇ, ਤੂੰ ਰੁਪਈਏ ਵੀ ਪੈਦਾ ਕੀਤੇ, ਪਰ ਜਦੋਂ ਖੇਡ ਖਤਮ ਹੋਣ ਤੇ ਆਈ ਤੇ ਮਦਾਰੀ ਵਾਲਾ ਕਹਿੰਦਾ ਉਹ ਖੇਲ ਦੇਖਣ ਵਾਲਿਓ, ਮੈਂ ਇੰਨਾ ਕੋਈ ਤੁਹਾਨੂੰ ਦਿਖਾਇਆ, ਮੇਰੀ ਝੋਲੀ ਵਿੱਚ ਜਾਣ ਲੱਗਿਆ 1-1 ਟਕਾ ਜ਼ਰੂਰ ਪਾ ਕੇ ਜਾਇਆ। ਹੱਦ ਹੋ ਗਈ। ਇੱਕ ਸਵਾਲ ਪੈਦਾ ਹੁੰਦਾ, ਇਹ ਬਾਜ਼ੀਗਰ, ਇਹ ਖੇਲ ਕਰਨ ਵਾਲੇ, ਤੂੰ ਲੋਕਾਂ ਸਾਹਮਣੇ ਕੀਮਤੀ ਵਸਤਰ ਪੈਦਾ ਕਰਨੇ, ਬਰਤਨ ਪੈਦਾ ਕਰਨੇ, ਪਰ ਕੀ ਕਾਰਨ ਖੇਡ ਮੁੱਕਣ ਤੋਂ ਬਾਅਦ ਝੋਲੀ ਅੱਡ ਕੇ ਲੋਕਾਂ ਤੋਂ ਟਕਾ ਮੰਗਣਾ ਪਿਆ? ਤੇ ਭਾਈ ਗੁਰਦਾਸ ਕਹਿੰਦੇ ਨੇ ਖੇਡ ਕਰਨ ਵਾਲੇ ਦਾ ਉੱਤਰ ਹੁੰਦਾ ਹੈ, ਸਿਰਫ ਇੱਕ ਅੱਖਾਂ ਨੂੰ ਭੁਲੇਖਾ ਪਾਇਆ, ਅਸਲੀਅਤ ਇਹ ਨਹੀਂ ਜੇ, ਕੇਵਲ ਤੁਹਾਡੇ ਨੇਤਰਾਂ ਨੂੰ ਭੁਲੇਖਾ, ਇਲਮ ਦੀ ਖੇਡ ਹੈ, ਪਰ ਚੇਤੇ ਰੱਖਿਓ ਅਸਲੀਅਤ ਨਹੀਂ, ਨਾ ਘੜੀ ਤੋਂ ਬਾਅਦ ਅਲੋਪ ਹੋ ਜਾਣਾ।
भाई गुरदास कहन लगे, सजना दुनिया दा मोह एक बाजीगर दी खेड़ ही अखां नाल प्रतीत हुंदा है अपने, पर असल विच जदों खेल खत्म हुंदा है ते रहिंदा कुछ भी नहीं। भाई साहब ने बड़ी सोहनी उदाहरण दिती, कहन लगे हर चंदौरी देख के करदे परवासा, थल विच तपन भट्ठियां क्यों लह प्यासा। हर चंदौरी देख के हरीचंद दी नगरी ते यकीन ना करी, कहन लगे थल विच तपन भट्ठियां रेत दपदी ए, थल विच तपन भट्ठियां क्यों लह प्यासा। सोहणे राज कमाईए कर भोग बिलासा, छाया बिरख न रहे फिर पुजा क्यों आसा। बाजीगर दी खेड़ जो सब कूड़ तमाशा, ये तां भलिया एक बाजीगर दी खेड़, इहदे विच तृप्ति नहीं। मेरे साहब श्री गुरु पंचम पिता जी ने अज बचन भी यह किया, कहन लगे मृग तृष्णा देख ये मोह की है, एक मृग दी प्यास। ते मैं एक दिन इत्थे अर्ज भी की सी, लोकी ना मृग दे नैणा दी बड़ी गल करदे ने, जिहदे नैण सोहणे होण कहन लगे इहदियां अखां हरन वर्गियां ने, ये मृग नैणी है। पर गुरु ग्रंथ साहिब कहंदे ने नहीं, ओहदे नैणा नूं तू सलाना ते बड़ा है, पर जिन्ने ओहदे नैण धोखेबाज ने इन्ना धोखेबाज कोई है ही नहीं। अखां बड़ियां सोहणियां ने, नेत्र बड़े चंगे ने, पर जिन्ना भुलेखा ओहदे नैण खांदे ने ओना किसे दे नहीं। अखां मोटियां ते चमकदियां नूं की करांगे जे चमकदी रेत नूं पानी समझ के मौत दे मूंह विच मिर्ग नूं लै जांदियां। सतगुरु ने बाणी विच कहा, कहन लगे सुन मुंदे हरनाखिए गूढ़ा बैन अपार, पहला वस्त सुझाण के तां कीचै व्यापार। मृग तृष्णा पहला देख ले जिहड़ी चमक लगदी है, पानी प्रतीत हुंदा पर पानी है नहीं। मृग तृष्णा गंधर्व नगरंग, हरीचंद दी नगरी जिहड़ी खयाली नगरी है, जिहड़ी अखां नूं सिर्फ भुलेखा पांदी है। साहब कहंदे ने द्रुम छाया, द्रुम दा अर्थ है रुख, छाया दा अर्थ है छां। मृग दी तृष्णा, दूसरा बचन क्या गंधर्व नगरी, तीजा बचन क्या रुख दी छां। रच दुर्मत है, रच दा अर्थ हुंदा खचत हो जाना, दुर्मत दा अर्थ हुंदा भैड़ी मत वाला मनुख, ਇਹਦੇ ਵਿੱਚ ਖਚਤ ਹੋ ਗਿਆ ਪਰ ਅਸਲੀਅਤ ਇਹ ਹੈ ਨਹੀਂ। ਸਾਧ ਸੰਗਤ ਹਜ਼ੂਰ ਬੜੇ ਪਿਆਰੇ ਬਚਨ ਕਰਦੇ ਨੇ, ਕਹਿੰਦੇ ਨੇ ਜਿਵੇਂ ਇਹ ਤਿੰਨੇ ਭੁਲੇਖਾ ਪਾਉਂਦੇ ਨੇ ਨਾ, ਇਸੇ ਤਰ੍ਹਾਂ ਤਤੈ ਕੁਟੰਬ ਮੋਹ ਮਿਥਿਆ, ਤਤੈ ਦਰ ਤੇ ਤਿਸ ਤਰ੍ਹਾਂ ਜਾਂ ਇਸੇ ਤਰ੍ਹਾਂ ਜਿਵੇਂ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੀ ਤੇ ਧਰਮ ਛਾਇਆ, ਇਸੇ ਤਰ੍ਹਾਂ ਕੁਟੰਬ ਮੋਹ ਮਿਥਿਆ। ਕੁਟੰਬ ਦਰ ਤੇ ਪਰਿਵਾਰ, ਜਿਹੜਾ ਪਰਿਵਾਰ ਦਾ ਮੋਹ ਵੇ ਇਹ ਵੀ ਬਿਲਕੁਲ ਮਿੱਥੇ, ਇਹ ਸਦਾ ਨਿਭਣ ਵਾਲਾ ਨਹੀਂ। ਸਤਿਗੁਰੂ ਨੇ ਬਚਨ ਬੜੇ ਪਿਆਰੇ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 700 ਤੇ ਸ਼ਬਦ ਹੁੰਦਾ ਕੋਈ ਜਾਣੇ ਕਵਨ ਇਹਾਂ ਜਗ ਮੀਤ। ਅਸੀਂ ਸਮਝਨੇ ਆ ਸਾਰੇ ਮੇਰੇ ਨੇ। ਸਾਹਿਬ ਕਹਿੰਦੇ ਨੇ ਨਹੀਂ, ਇਹ ਗੰਧਰਵਾ ਨਗਰੀ, ਇਹ ਮ੍ਰਿਗ ਤ੍ਰਿਸ਼ਨਾ, ਇਹ ਰੁੱਖਾਂ ਦੀ ਛਾਂ। ਸਾਹਿਬ ਕਹਿੰਦੇ ਨੇ ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। मात पिता बनता सुत बंधप, ए परिवार दा मोह है ना। मात पिता बनता सुत बंधप इष्ट मीत अर भाई, पूर्व जन्म के मिले संजोगी अंत को न सहाई। ठीक है पूर्वले संबंध सन आपा मिल बैठे पर सदा नाल निभण वाले ते नहीं। गुरु नानक साहब पिता जी तां ही कहंदे ने, कहन लगे जन पिसर पदर दी रादरा कस नेक दस संगीर। जन दा अर्थ है स्त्री, पिसर दा अर्थ है पुत्र, पदरदार से बापू पिता, बिरादरा बिरादरादर से भरा। जन तिसर पदर बिरादरा कस नेक दस संगीर, कस नेक दस संगीर दर से इन्हां विचों कोई भी साडी बांह पकड़न वाला नहीं। साहब कहन लगे ततक कुटुंब मोह मिथ्या, परिवार दा जिहड़ा मोह है मिथ्या। वैसे ना परमेश्वर दी रचना इहो जी कमाल दी है, मोह भी इन्हें पैदा कीता है। जे मोह ना हुंदा ते संसार दी रचना भी नहीं सी चलनी। आ गुरु अमरदास साईं कहंदे ने ए मन चंचला चतुराई किना ना पाया, चतुराई ना पाया किने तू सुन मन मेरिया। ए माया मोहनी जिन एत भरम भुलाया। अगे कहंदे ने कुर्बान कीता तिसै विटो जिन मोह मीठा लाया। कहंदे ने ओदे तो मैं कुर्बान जावां जिन्ने मोह दी अंदर एक दात दे दित्ती, जिदे करके एक दूजे नूं आपां प्यार नाल मिलने आ। खैर सतगुरु कहंदे ने पर इस मोह नूं तू परमेश्वर दे प्रेम विच तब्दील कर दे। परिवार दा मोह निभदा नहीं। गुरुदेव अगे बचन करदे ने,
कहन लगे ततः कुटुंब मोह मिथ्या सिमरंत नानक राम राम नाम है। गुरु पंचम पिता कहते ने परिवार नूं ना चेते कर, सिमरंत तू सिमर किनू उस परमेश्वर दे नाम नूं, राम दे नाम नूं। केड़ा राम? सतगुरु कहते ने जिहड़ा हर एक अंदर रमिया होया है। बाणी विच राम शब्द दे अर्थ दो तरह नाल भी आए ने, एक राम रामचंद्र जी भी ते एक राम शब्द दा अर्थ ओ जिहड़ा सब विच रमिया है। जदों असीं पढ़ने आ रोवै राम निकाला भया, सीता लक्ष्मण बिछड़ गया, उत्थे राम दर ते रामचंद्र जी। पढ़ने आ राम गयो रावण गयो, उत्थे रामचंद्र जी। ते जदों हजूर दे बचन पढ़ने आ ना, सबै कट राम बोलै, रामा बोलै, राम बिना को बोलै रे, ओदा अर्थ है सर्व व्यापक प्रभु। जदों असीं पढ़ने आ सतयुग तै माणियो छलियो बल बावण पायो, त्रेता तै माणियो राम रघुवंश कायो, उत्थे राम दर ते रामचंद्र जी। इत्थे सब उस राम दी करदे ने गल जिहदे बारे हजूर कहंदे ने सब सुख दाता राम है। सुखां दीआं दातां देण वाला ओ राम जिहड़ा हर एक अंदर रमे। गुरुदेव कहंदे ने जिन्ना तू संसार दे परिवार दे मोह विच खजते, इन्ना तू गोबिंद दे नाम नूं सिमर। ते इस नाम दी सिमरन विच बरकत की है? सतगुरु ने फिर अगे बचन कीता अगले श्लोक विच। हजूर कहन लगे नच विद्या निधान निगमंग। नच दा अर्थ नहीं है, साहब कहन लगे विद्या निधान निगमंग। निगमंग दा अर्थ है वेद, चार वेद। निधान दा अर्थ है खजाना। ਇਹਦਾ अर्थ बन गया नच विद्या निधान निगमंग। जिस बंदे कोल वेदां शास्त्रां दे ज्ञान दा खजाना भी नहीं, जिहड़ा वेद नहीं पढ़ सकदा, सिमरतियां नहीं पढ़ सकदा, शास्त्र नहीं पढ़ सकदा, नच गुणज्ञ। गुणज्ञ दा अर्थ है ज्ञाता। साहब कहन लगे नाम कीर्तन है। जिस बंदे नूं कीर्तन दा भी ज्ञान नहीं, जिन्हों नाम दे कीर्तन दा भी ज्ञान नहीं, अज सतगुरु ने कमाल दे बचन कहे जेड़े कहने सानू जी कुछ पता नहीं, असीं मूर्ख हां, सानू ते समझ कोई नहीं। मेरा बाबा कहंदा बड़ा वड्डा ही रब दा दर आ, तू गल तां कर सही। नच विद्या निधान निगमंग, नच गुणज्ञ नाम कीर्तन। भावें तेरे कोल कीर्तन दी दात नहीं, तेनू वेदां दा ज्ञान नहीं, नच राग रतन कंठं, तेनू कोई राग नहीं आउंदा। राग रतन सतगुरु ने शब्द लिया है कि राग नू रतन नाल तुलना दिती। साध संगत आपां पिछले दिनां विच भी राग संबंधी बहुत कुछ सुने हैं, पर मैं इक्को अर्ज करांगा, राग माड़ा नहीं। चेते रखियो राग तां एक सेज है। हुण आ चादर विछी है, इस चादर ते बैठ के रब दीआं गल्लां होणीआं ने, ते जे यही चादर विछा के बाहर कोई इहदे उत्ते बैठ के लच्चर गीत गाए ते चादर दा की दोष है? दोष तां उहदा वे जिन्हों इहदी वरतों करन दी जाच ही नहीं। राग तां एक सेज है। मेरे बाबे ने बड़ी सोहनी गल कही सी, मरदाने नूं कहन लगे भला रबाब वजाएंदा। जन्म साखी दे बचन ने बड़ी सोहनी रबाब वजाने, ते कहन लगे मरदानिया तैनू राग दी सूझ है, जे राग विच मिलाए के शब्द नूं गावे तेरा दीन दुनी दोही थाई भला करा। तेनू राग दी समझ, राग माड़ा नहीं, राग तां भांडा है। भांडे विच कोई जहर पाला, कोई अमृत पाला। पर खैर जिहड़ी मैं अर्ज कर रहा अपने विषय ते आवां। साहब कहंदे ने किसे कोल वेदां दा ज्ञान नहीं, किसे कोल कीर्तन दा ज्ञान नहीं, किसे दे गले विच रस भी नहीं। जे कोई कहे जी कीर्तन नाल रब मिलदा, इहदे विच कोई शक नहीं। कीर्तन तां परमेश्वर दी बड़ी वड्डी दात है। असलीयत इह जे जिहदे ते रब बहुत ज्यादा तुरत पैंदा है ना, ओनू कीर्तन दी दात मेरा बाबा दे दिंदा है। सतगुरु ने तां ही बाणी विच कहा कीर्तन निर्मोलक होईरा, बड़ा कीमती है कीर्तन दी दात। पर खैर साहब कहंदे ने जिहदे कोल इह भी नहीं, नच राग रतन कंठं, जिहदा गला सुरीला नहीं, जिहदे कोल राग नहीं, न चंचल, ना तां ओह चंचल, ओहदी मत बड़ी तेज है। चतुर, चतुर दा अर्थ है सियाणा। चातुर है, चातरा दा अर्थ दा होशियार। ना ओह चंचल है, ना ओह सियाणा है, ना ओह समझ वाला है, सूझवान भी नहीं। ते सतगुरु कहंदे ने इत्थों तक कि भाग उद्यम लभदे गमाया। कई बारी चंगे भाग होण तां बंदे कोल कुछ भी ना होवे, ना राग होवे, ना विद्या होवे, ना उस बंदे दे कोल गला सुरीला होवे, ना सियाणा होवे, ते 4 रुपये होण तां लोकी सब कुछ उहनूं बना दिंदे।
ਉਹਦੇ ਵਰਗਾ ਸਿਆਣਾ ਵੀ ਕੋਈ ਨਹੀਂ, ਉਹਦੇ ਵਰਗਾ। ਅਸੀਂ ਇੱਕ ਵਾਰੀ ਬਚਨ ਸੋਨੇ ਪੜ੍ਹਨੇ ਆ, ਕਹਾਵਤ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਆਤ ਸੈਲ ਨੀਚ ਘਰ ਹੋਏ ਦੱਖਣੀ ਓਂਕਾਰ। ਕਹਿਣ ਲੱਗੇ ਜੇ ਨੀਚ ਬੰਦੇ ਦੇ ਘਰ ਵੀ ਆ ਗਈ ਨਾ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ। ਜੇ ਰੁਪਈਏ ਨੇ ਤਾਂ ਮੂਰਖ ਵੀ ਸਿਆਣਾ। ਸਤਿਗੁਰੂ ਕਹਿੰਦੇ ਨੇ ਰੁਪਈਆ ਵੀ ਇੱਕ ਦੁਨੀਆ ਦੇ ਵਿੱਚ ਪ੍ਰਭਤਾ ਦਾ ਕਾਰਨ ਹੈ। ਰੁਪਈਆ ਮੂਰਖ ਕੋਲ ਹੋਵੇ ਲੋਕ ਉਹਨੂੰ ਵੀ ਸਿਆਣਾ ਬਣਾ ਦਿੰਦੇ। ਸਾਹਿਬ ਕਹਿੰਦੇ ਨੇ ਮੰਨ ਲਿਆ ਜਾਏ ਜਿਹਦੇ ਕੋਲ ਰੁਪਈਆ ਵੀ ਨਹੀਂ, ਦੌਲਤ ਵੀ ਨਹੀਂ, ਸਤਿਗੁਰੂ ਕਹਿੰਦੇ ਨੇ ਨਚ ਵਿਦਿਆ ਨਿਦਾਨ ਨਿਗਮੰ, ਨਚ ਗੁਣਗਿਆ ਨਾਮ ਕੀਰਤਨੈ, ਨਚ ਰਾਗ ਰਤਨ ਕੰਠੰਗ, ਨੈ ਚੰਚਲ ਚਤੁਰ ਚਾਤਰੈ, ਭਾਗ ਊਦਮ ਲਬਦਿੰਗ ਮਾਇਆ। ਜਿਹਦੇ ਕੋਲ ਮੰਨ ਲਓ ਚੰਗੇ ਭਾਗਾਂ ਨਾਲ ਮਾਇਆ ਵੀ ਨਾ ਹੋਵੇ, ਪਰ ਇਹਦਾ ਅਰਥ ਜੋਗਿੰਦਰ ਸਿੰਘ ਜੀ ਤਲਵਾੜਾ ਹੋਰਾਂ ਨੇ ਕੀਤਾ, ਭਾਈ ਸਾਹਿਬ ਹੋਰਾਂ ਨੇ ਕਹਿਣ ਲੱਗੇ ਜਿਹਦੇ ਭਾਗ ਚੰਗੇ ਹੋਣ ਉਹਨਾਂ ਮਾਇਆ ਦਾ ਅਰਥ ਕੀਤਾ ਦੈਵੀ ਸੰਪਦਾ, ਉਹਨੂੰ ਪਰਮੇਸ਼ਵਰ ਦੀ ਦਾਤ ਮਿਲ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਅਰਥ ਕਰਦੇ ਨੇ ਪ੍ਰਕਰਨ ਅਨੁਸਾਰ ਕਿ ਜਿਹਦੇ ਕੋਲ ਮਾਇਆ ਵੀ ਨਾ ਹੋਵੇ, ਪਰ ਇੱਕ ਗੱਲ ਚੇਤੇ ਰੱਖੇ ਨਾਨਕ ਸਾਧ ਸੰਗ ਖਲ ਪੰਡਤ ਹੈ, ਕੁਝ ਵੀ ਨਹੀਂ, ਤੂੰ ਗੁਰੂ ਕੀ ਸੰਗਤ ਵਿੱਚ ਆ ਜਾਈ ਤੇ ਦੇਖੀ ਮੇਰੇ ਦਾਤੇ ਦੀ ਸੰਗਤ ਮੂਰਖਾਂ ਨੂੰ ਵੀ ਮਹਾਨ ਵਿਦਵਾਨ ਬਣਾ ਦਿੰਦੀ। ਦਾਤੇ ਦੀ ਕਿਰਪਾ ਹੈ, ਜਿਹਦੇ ਕੋਲ ਕੁਝ ਵੀ ਨਹੀਂ ਉਹ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰਦਾ। ਮੇਰੇ ਸਾਹਿਬ ਕਹਿੰਦੇ ਨੇ ਉਹ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਪਿੰਗਲਾ ਬੰਦਾ ਜਿਹਦੇ ਕੋਲ ਲੱਤਾਂ ਨਹੀਂ ਉਹ ਪਹਾੜ ਤੇ ਚੜ ਸਕਦਾ ਹੈ। ਖਲ ਚਤੁਰ ਬਕੀਤਾ ਜਿਹੜਾ ਮੂਰਖ ਬੰਦਾ ਉਹ ਚਾਰ ਵੇਦਾਂ ਦਾ ਗਿਆਤਾ ਬਣ ਸਕਦਾ ਹੈ, ਸਿਆਣਾ ਬਣ ਸਕਦਾ ਹੈ। ਅੰਧਲੇ ਭਵਨ ਸੂਝਿਆ, ਅੰਨੇ ਬੰਦੇ ਨੂੰ ਤਿੰਨਾਂ ਭਵਨਾਂ ਦੀ ਸੂਝੀ ਹੋ ਜਾਂਦੀ ਏ। ਗੁਰ ਭੇਟ ਪੁਨੀਤਾ, ਪਰ ਜਦੋਂ ਕੋਈ ਗੁਰੂ ਕੀ ਸੰਗਤ ਵਿੱਚ ਗੁਰੂ ਨੂੰ ਆ ਮਿਲਦਾ, ਕੁਝ ਵੀ ਨਹੀਂ, ਤੂੰ ਸੰਗਤ ਵਿੱਚ ਆ ਕੇ ਨਾਮ ਤਾਂ ਜਪ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗੈ ਲੋ ਓੜ ਨਿਭਾਵੇ, ਕਾਂ ਬੁਝਾਰਤ ਬੂਝੈ ਡੋਰਾ, ਨਿਸਕਈਆ ਤੋ ਸਮਝੈ ਭੋਰਾ। ਇਹ ਸਾਰੀਆਂ ਗੱਲਾਂ ਕਹੀਆਂ ਤੇਰੇ ਪੱਲੇ ਕੁਝ ਵੀ ਨਹੀਂ, ਪਰ ਸੰਗਤ ਵਿੱਚ ਜੁੜ ਕੇ ਨਾਮ ਜਪੀ, ਨਾਮ ਵਿੱਚ ਬੜੀਆਂ ਬਰਕਤਾਂ। ਸੁਣ ਅੰਧਾ ਕੈਸੇ ਮਾਰਗ ਪਾਵੇ, ਇੱਕ ਬੰਦਾ ਅੰਨਾ ਸੁਣਾ ਕੇ ਕਿੰਨਾ ਕੁ ਨਾ ਰਸਤਾ ਦੱਸ ਦੇਵੋਗੀ, ਪਰ ਕਹਿੰਦੇ ਨੇ ਅੰਨੇ ਬੰਦੇ ਨੂੰ ਜੇ ਪਾਰ ਕਰਨੇ ਵਾਹਿਗੁਰੂ ਕਰ ਗਏ ਲੇਹੋ ਓੜ ਨਿਭਾਵੇ। ਅਸੀਂ ਅੰਨੇ ਆ, ਦਾਤਾ ਸੁਣ ਨਾਲ ਨਹੀਂ, ਸਾਡੇ ਤਾਂ ਹੱਥ ਪਕੜ ਕੇ ਸਾਨੂੰ ਪਿੱਛੇ ਤੋਰੇ ਤਾਂ ਅਸੀਂ ਤੁਰ ਸਕਦੇ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਓ ਓੜ ਨਿਭਾਵੇ, ਕਾਂ ਬੁਝਾਰਤ ਬੂਝੈ ਡੋਰਾ, ਡੋਰਾ ਦਰ ਤੇ ਬੋਲਾ। ਹੁਣ ਬੋਲੇ ਨੂੰ ਸਮਝ ਕੀ ਪੈਣੀ ਹੈ, ਨਿਸ ਕਹੀਏ ਤੋ ਸਮਝੈ ਭੋਰਾ, ਜੇ ਕਹੀਏ ਰਾਤ ਇਸ਼ਾਰੇ ਨਾਲ ਉਹ ਕਹੇਗਾ ਦਿਨ। ਸਾਹਿਬ ਕਹਿੰਦੇ ਨੇ ਨਹੀਂ, ਕਾਂ ਬਿਸ਼ਨ ਪਦ ਗਾਵੇ ਗੁੰਗ, ਬਿਸ਼ਨ ਪਦਾ ਗੁੰਗਾ ਕਿਵੇਂ ਗਾ ਸਕਦਾ ਹੈ। ਜਤਨ ਕਰੇ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਆ ਉਸ ਗਵਨ। ਜੇ ਕੁਝ ਵੀ ਨਹੀਂ, ਬੰਦਾ ਅੰਨਾ, ਬੰਦਾ ਪਿੰਗਲਾ, ਬੰਦਾ ਲੂਲਾ, ਬੰਦਾ ਅਗਿਆਨੀ ਹੈ, ਪਰ ਗੁਰੂ ਕੀ ਸੰਗਤ ਵਿੱਚ ਆ ਕੇ ਕਹਿ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਕਰੇ। ਜੇ ਤੇਰੀ ਕਿਰਪਾ ਹੋ ਜਾਏ ਦਾਤਿਆ, ਇਹੋ ਜਿਹੇ ਬੰਦੇ ਵੀ ਤਰਸਕਦੇ ਨੇ। ਹਜ਼ੂਰ ਨੇ ਤਾਂ ਹੀ ਦਸਮ ਵਿੱਚ ਕਿਹਾ, ਕਹਿਣ ਲੱਗੇ ਮੂਕ ਉਚਰੈ ਸ਼ਾਸਤਰ ਖਟ, ਗਿੰਗ ਪਿਰਨ ਗਿੰਗ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੇ, ਜੋ ਕਾਤ ਕਿਰਪਾ ਕਰਾਏ। ਜੇ ਤੇਰੀ ਕਿਰਪਾ ਹੋ ਜਾਏ ਤੇ ਦਾਤੇ ਸਾਰੀਆਂ ਦਾਤਾਂ ਮਿਲ ਜਾਂਦੀਆਂ। ਨਾਮ ਹੋਵੇ ਤੇ ਗੁੰਗਾ ਵੀ ਪ੍ਰਵਾਨ ਹੈ, ਨਾਮ ਹੋਵੇ ਬੋਲਾ ਵੀ ਮੁਕਤੇ, ਨਾਮ ਹੋਵੇ ਤਾਂ ਅਨਪੜ੍ਹ ਵੀ ਤਰ ਜਾਂਦਾ ਹੈ, ਤੇ ਜੇ ਨਾਮ ਨਹੀਂ ਤਾਂ ਪੜਿਆ ਹੋਇਆ ਵੀ ਅਨਪੜ੍ਹ, ਨਾਮ ਨਹੀਂ ਤਾਂ ਅੱਖਾਂ ਵਾਲਾ ਵੀ ਅੰਨਾ, ਜੇ ਨਾਮ ਨਹੀਂ ਤਾਂ ਸੁਣਨ ਵਾਲਾ ਵੀ ਬੋਲਾ। ਸਤਿਗੁਰੂ ਕਹਿੰਦੇ ਨੇ ਉਹਦੇ ਪੱਲੇ ਕੁਝ ਹੈ ਹੀ। ਮੈਂ ਅਰਜ਼ ਕੀਤੀ ਸੀ ਦਾਨ ਮੰਗਣੇ ਆ ਨਾ, ਮੈਂ ਕਿਹਾ ਸੀ ਭਰੋਸਾ ਦਾਨ, ਵਿਸਾਹ ਦਾਨ, ਭਰੋਸਾ ਦਾਨ। ਅਗਲੀ ਗੱਲ ਬੜੀ ਰਮਜ਼ ਭਰੀ ਹੈ। ਕਹਿਣ ਲੱਗੇ ਦਾਨ ਸਾਰੇ ਚੰਗੇ ਨੇ, ਸਿੱਖੀ ਦਾਨ, ਰਹਿ ਦਾਨ ਸਾਰੇ ਚੰਗੇ ਨੇ, ਪਰ ਦਾਨਾ ਸਿਰ ਦਾਨ ਨਾਮ ਦਾਨ। ਜੇ ਨਾਮ ਨਹੀਂ ਤੇ ਉੱਪਰ ਵਾਲੇ ਦਾਨ ਨੇ ਤੋਂ ਚਲੇ ਜਾਣਗੇ। ਨਾਮ ਹੈ ਤਾਂ ਸਿੱਖੀਏ, ਨਾਮ ਹੈ ਤਾਂ ਰਹਿ ਤੇ, ਨਾਮ ਹੈ ਤਾਂ ਵਿਵੇਕ, ਨਾਮ ਹੈ ਤਾਂ ਯਕੀਨ ਤੇ ਭਰੋਸਾ। ਜੇ ਨਾਮ ਨਹੀਂ ਤੇ ਸਾਹਿਬ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਸੋਹਣਾ ਵੀ ਅੱਤ ਦਾ, ਕੁੱਲ ਵੀ ਬੜੀ ਚੰਗੀ ਹੈ, ਗਿਆਨ ਦੀਆਂ ਗੱਲਾਂ ਵੀ ਬੜੀਆਂ ਜਾਣਦਾ, ਪਰ ਬਾਬਾ ਜੀ ਪਰ ਨਾਮ ਨਹੀਂ ਜਪਦਾ। ਕਹਿਣ ਲੱਗੇ ਜੇ ਨਾਮ ਨਹੀਂ ਜਪਦਾ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਅੱਖਾਂ ਹੈਣ ਬੜੀਆਂ ਸੋਹਣੀਆਂ, ਸਾਹਿਬ ਕਹਿੰਦੇ ਨੇ ਨਹੀਂ ਅੱਖਾਂ ਕਾਦੀਆਂ ਨੇ ਭਲਿਆ, ਅੰਧੇ ਉਹ ਨਾ ਆਖੀਆਂ, ਅੰਧੇ ਇਹ ਨਾ ਆਖੀਏ,
जिन्म खलोएण माए अंधे सही नानका जे खसमो कुथे जाए। जे सब कुछ है अंग कैम ने विद्या है ता नाम नहीं। सतगुरु कहते ने मेरे वाहिगुरु जे तुसी कृपा करो संगत विच कोई आ जाए ते संगत मूर्ख नूं भी विद्वान पंडित बना देंदी है। क्योंकि जो प्राणी गोबिंद ध्यावै पढ़िया अनपढ़िया परम गत पावै। गुरु ग्रंथ साहिब कृपा करो जो असीं कहने आ जीवन विच किणका मात्र कमाण दी सूझ बख्श दे दातिया। इन्नियां बेनतियां प्रवान करिया जी। वाहिगुरू जी का खालसा वाहिगुरू जी की